मेरा नाम संजीव कुमार कटारिया, डिप्टी डायरैक्टर कृषि विज्ञान केंद्र ਨੂਰਮਹਿਲ है। ਅੱਜ ਅਸੀਂ ਇੱਥੇ ਬਲਾਕ ਲੈਵਲ ਦਾ ਜਿਹੜਾ ਕਿਸਾਨ ਸਿਖਲਾਈ ਕੈਂਪ ਹੈ ਉਹਦੇ ਵਿੱਚ ਅਸੀਂ ਆਏ ਹੋਏ ਹਾਂ ਤੇ ਇਸ ਦੌਰਾਨ ਜਿਹੜਾ ਮੌਸਮ ਹੈਗਾ ਆਪਾਂ ਨੂੰ ਪਤਾ ਵੀ ਅੱਗੇ ਆਉਣ ਵਾਲਾ ਟਾਈਮ ਜਿਹੜਾ ਹੈਗਾ ਉਹ ਝੋਨੇ ਦਾ, ਤਾਂ ਉਹਦੇ ਬਾਬਤ ਕਿਹੜੀਆਂ ਜਿਹੜੀਆਂ ਕਿਸਮਾਂ ਸਾਡੀ ਯੂਨੀਵਰਸਿਟੀ ਨੂੰ ਸਿਫਾਰਿਸ਼ ਕੀਤੀਆਂ ਗਈਆਂ ਹਨ ਉਹਨਾਂ ਦੇ ਬਾਬਤ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖਾਦਾਂ ਦੀ ਸੁਚੱਜੀ ਵਰਤੋਂ ਕਿਵੇਂ ਕਰੀਏ ਉਹਦੇ ਬਾਬਤ ਜਾਣਕਾਰੀ ਦਿੱਤੀ ਹੈ ਤੇ ਬੀਜ ਦੀ ਸੋਧ ਦੀ ਕੀ ਮਹੱਤਤਾ ਹੈ ਉਹਦੇ ਬਾਰੇ ਦੱਸਿਆ ਗਿਆ ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਜਿਹੜਾ ਲਿਟਰੇਚਰ ਹੈਗਾ ਜਿਹੜਾ ਕਿ ਮੱਕੀ ਦਾ ਤੇ ਝੋਨੇ ਦਾ ਉਹ ਵੀ ਦਿੱਤਾ ਗਿਆ ਤਾਂ ਜੋ ਲੋਕਾਂ ਨੂੰ ਜਿਹੜਾ ਹੈਗਾ ਉਹਨੂੰ ਪੜ੍ਹ ਸਕਣ ਤੇ ਸਮੇਂ-ਸਮੇਂ ਤੇ ਯਾਦ ਕਰਕੇ ਉਸੇ ਤਰ੍ਹਾਂ ਦੀ ਤਕਨੀਕ ਜਿਹੜੀ ਅਪਣਾ ਕੇ ਵੱਧ ਤੋਂ ਵੱਧ ਲਾਹਾ ਜਿਹੜਾ ਹੈਗਾ ਉਹ ਲੈ ਸਕਣ। ਧੰਨਵਾਦ ਜੀ। ਹਾਂਜੀ ਹਾਂਜੀ ਇਹ ਜਿਹਾ ਸੁਨੇਹਾ ਦੇਣਾ ਬਸ ਆਪਾਂ, ਠੀਕ ਹੈ। ਨਾਲ ਆਪਣਾ ਪਹਿਲਾ ਨਾਮ ਦੱਸ ਕੇ ਚੇਅਰਮੈਨ ਆਤਮਾ। ਹਾਂਜੀ ਸਰ ਸਟਾਰਟ। ਹਾਂਜੀ ਮੈਂ ਬਲਵਿੰਦਰ ਸਿੰਘ, ਚੇਅਰਮੈਨ ਆਤਮਾ, ਬਲਾਕ ਰੁੜਕਾ ਕਲਾਂ, ਖੇਤੀਬਾੜੀ ਦਫ਼ਤਰ। ਇਹ ਕੈਂਪ ਜਿਸ ਤਰ੍ਹਾਂ ਬਲਾਕ ਵਿੱਚ ਲੱਗ ਰਹੇ ਆ, ਅਸੀਂ ਚਾਹੁੰਦੇ ਹਾਂ ਵੀ ਕਿਸਾਨਾਂ ਲਈ ਬਹੁਤ ਇਹ ਲਾਹੇਵੰਦ ਆ, ਕਿਉਂਕਿ ਇੱਥੇ ਆ ਕੇ ਆਪਣੀਆਂ ਸਮੱਸਿਆਵਾਂ ਕਿਸਾਨ ਵੀ ਦੱਸਦੇ ਆ ਤੇ ਇੱਥੇ ਡਾਕਟਰਾਂ ਤੋਂ ਜਿਹੜੀ ਉਹ ਵਧੀਆ ਸਮਝ ਲੈ ਕੇ ਜਾਂਦੇ ਆ। ਤੇ ਖੇਤੀਬਾੜੀ ਜਿਹੜਾ ਹੁਣ ਧੰਦਾ ਆ ਬਿਲਕੁਲ ਤਕਨੀਕ ਦਾ ਹੋ ਗਿਆ ਆ, ਪੁਰਾਣਾ ਨਹੀਂ ਰਹਿ ਗਿਆ। ਇਸ ਕਰਕੇ ਵੱਧ ਤੋਂ ਵੱਧ ਇਹੋ ਜਿਹੇ ਕੈਂਪ ਲੱਗਦੇ ਰਹਿਣ ਜੋ ਕਿਸਾਨਾਂ ਲਈ ਲਾਹੇਵੰਦ ਹੈ। ਮੈਂ ਡਾਕਟਰ ਰਣਜੀਤ ਸਿੰਘ ਚੌਹਾਨ, ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ, ਜ਼ਿਲ੍ਹਾ ਜਲੰਧਰ। ਅੱਜ ਸਾਡੇ ਬਲਾਕ ਦੇ ਵਿੱਚ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਹਰ ਸਾਲ ਅਸੀਂ 2 ਕੈਂਪ ਲਾਉਂਦੇ ਹਾਂ, ਹਾੜੀ ਤੋਂ ਪਹਿਲਾਂ ਤੇ ਸਾਉਣੀ ਤੋਂ ਪਹਿਲਾਂ। ਉਸੇ ਲੜੀ ਦੇ ਵਿੱਚ ਅੱਜ ਸਾਉਣੀ ਦੀ ਬਿਜਾਈ ਵਾਲੀਆਂ ਫਸਲਾਂ ਸੰਬੰਧੀ ਜਾਣਕਾਰੀ ਦੇਣ ਲਈ ਇੱਕ ਬਲਾਕ ਪੱਧਰ ਦਾ ਕੈਂਪ ਲਗਾਇਆ ਗਿਆ। ਇਸ ਬਲਾਕ ਪੱਧਰ ਦੇ ਕੈਂਪ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਜੋ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਨੂਰਮਹਿਲ ਵਿਖੇ, ਉੱਥੋਂ ਦੇ ਮਾਹਰ, ਸਾਡੇ ਜ਼ਿਲ੍ਹਾ ਜਲੰਧਰ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਾਹਰ, ਸਾਡੇ ਬਲਾਕ ਰੁੜਕਾ ਕਲਾਂ ਦੇ ਮਾਹਰ, ਅਸੀਂ ਸਾਰੇ ਇਕੱਠੇ ਹੋਏ ਹਾਂ। ਵੱਖ-ਵੱਖ ਪਿੰਡਾਂ ਤੋਂ ਕਿਸਾਨ ਵੀਰ ਸਾਡੇ ਇਸ ਕੈਂਪ ਦੇ ਵਿੱਚ ਆਏ ਨੇ। ਇਸ ਕੈਂਪ ਦੇ ਵਿੱਚ ਜਾਣਕਾਰੀ ਅਸੀਂ ਇਹੀ ਦੇ ਰਹੇ ਹਾਂ ਕਿ ਪਾਣੀ ਨੂੰ ਕਿਵੇਂ ਬਚਾਉਣਾ, ਝੋਨੇ ਦੀ ਸਿੱਧੀ ਬਿਜਾਈ ਕਿਵੇਂ ਕਰਨੀ ਆ, ਸਿੱਧੀ ਬਿਜਾਈ ਕਰਨ ਨਾਲ ਪਾਣੀ ਕਿੰਨੇ ਕੁ ਬਚਤ ਦੀ ਹੋ ਸਕਦੀ ਆ, ਆਉਣ ਵਾਲੇ ਸਮੇਂ ਦੇ ਵਿੱਚ ਫਸਲਾਂ ਨੂੰ ਬਿਮਾਰੀਆਂ ਨਾ ਲੱਗਣ, ਅਗਾਊਂ ਪ੍ਰਬੰਧ ਕੀ ਕਰਨੇ ਆ, ਇਹ ਸਭ ਕਾਸੇ ਦੀ ਜਾਣਕਾਰੀ ਅਸੀਂ ਕਿਸਾਨ ਵੀਰਾਂ ਨੂੰ ਇੱਥੇ ਇਕੱਠੇ ਕਰਕੇ ਦੇ ਰਹੇ ਹਾਂ। ਮੈਨੂੰ ਉਮੀਦ ਹੈ ਕਿ ਇਹ ਸਾਡਾ ਜਿਹੜਾ ਕੈਂਪ ਹੈ, ਜਿੰਨੇ ਵੀ ਕਿਸਾਨ ਵੀਰ ਵੱਖ-ਵੱਖ ਪਿੰਡਾਂ ਤੋਂ ਇੱਥੇ ਆਏ ਆ ਉਹ ਇਹਦਾ ਭਰਪੂਰ ਲਾਭ ਲੈਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਬਿਜਾਈ ਕਰਨੀ ਆ, ਭਾਵੇਂ ਹੁਣ ਮੂੰਗੀ ਦੀ ਬਿਜਾਈ ਕਰਨੀ ਆ, ਸੱਠੀ ਮੂੰਗੀ ਦੀ, ਭਾਵੇਂ ਜੰਤਰ ਦੀ ਬਿਜਾਈ ਕਰਨੀ ਆ, ਹਰੀ ਖਾਦ ਦੀ, ਭਾਵੇਂ ਝੋਨੇ ਦੀ ਪਨੀਰੀ ਬੀਜਣੀ ਆ, ਅਤੇ ਭਾਵੇਂ ਜਦੋਂ ਪਨੀਰੀ ਪੱਟ ਕੇ ਲਾਉਣੀ ਆ ਉਹਦੇ ਸੰਬੰਧੀ ਤਕਨੀਕੀ ਗਿਆਨ ਆ ਜਿਹੜਾ ਇੱਥੋਂ ਹਾਸਲ ਕਰਕੇ ਜਾਣਗੇ ਅਤੇ ਆਪਣੀ ਜਿਹੜੀ ਬਿਜਾਈ ਆ ਖੇਤਾਂ ਦੇ ਵਿੱਚ ਜਦੋਂ ਕਰਨੀ ਆ, ਇਹਨਾਂ ਗੱਲਾਂ ਦਾ, ਇਹਨਾਂ ਨੁਕਤਿਆਂ ਦੇ ਉੱਤੇ ਧਿਆਨ ਜ਼ਰੂਰ ਦੇਣਗੇ। ਮੈਂ ਇੱਥੇ ਸਾਰੇ ਕਿਸਾਨ ਵੀਰਾਂ ਨੂੰ ਇਹ ਵੀ ਕਹਿਣਾ ਚਾਹੂੰਗਾ, ਸਾਡੇ ਬਲਾਕ ਦਿਆਂ ਨੂੰ, ਕਿ ਜਦੋਂ ਵੀ ਕਿਤੇ ਇਹੋ ਜਿਹੇ ਸਾਡੇ ਕੈਂਪ ਬਲਾਕ ਦੇ ਵਿੱਚ ਲੱਗਦੇ ਆ, ਵੱਧ ਚੜ੍ਹ ਕੇ ਕਿਸਾਨ ਵੀਰਾਂ ਨੂੰ ਹਿੱਸਾ ਲੈਣਾ ਚਾਹੀਦਾ, ਕਿਉਂਕਿ ਅੱਜ ਦੀ ਖੇਤੀ ਉਹ ਖੇਤੀ ਨਹੀਂ ਰਹੀ ਕਿ ਅਸੀਂ ਬੀਜ ਲਿਆ ਅਤੇ ਵੱਢ ਲਿਆ। ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖ ਹੀ ਲਿਆ ਆ ਕਿ ਮੌਸਮ ਦੀ ਮਾਰ ਨੇ ਸਾਡੀ ਕਣਕ ਦਾ ਝਾੜ ਕਿੰਨਾ ਘਟਾ ਦਿੱਤਾ। ਸੋ ਜੇਕਰ ਅਸੀਂ ਇੱਥੇ ਤਕਨੀਕੀ ਨੁਕਤੇ ਕੁਝ ਅਪਣਾਏ ਹੁੰਦੇ ਤਾਂ ਸ਼ਾਇਦ ਸਾਨੂੰ ਕਿਤੇ ਨਾ ਕਿਤੇ ਕੁਛ ਨਾ ਕੁਛ ਫਾਇਦਾ ਜ਼ਰੂਰ ਹੁੰਦਾ। ਸੋ ਮੈਂ ਉਮੀਦ ਕਰਦਾ ਕਿ ਵੱਧ ਤੋਂ ਵੱਧ ਕਿਸਾਨ ਇਹੋ ਜਿਹੇ ਕੈਂਪਾਂ ਦੇ ਵਿੱਚ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ, ਅਤੇ ਤਕਨੀਕੀ ਗਿਆਨ ਜਿਹੜਾ ਆਪਣੇ ਖੇਤਾਂ ਦੇ ਵਿੱਚ ਵਰਤ ਕੇ ਆਪਣੀ ਆਮਦਨ ਦੇ ਵਿੱਚ ਔਖਾ ਵਾਧਾ ਕਰਨਗੇ। ਸੋ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅੱਜ ਅਸੀਂ ਬਲਾਕ ਰੁੜਕਾ ਦੇ ਵਿੱਚ ਬਲਾਕ ਲੈਵਲ ਦੇ ਕੈਂਪ 'ਚ ਕਿਸਾਨਾਂ ਦੇ ਰੂਬਰੂ ਹੋ ਰਹੇ ਹਾਂ, ਜਿੱਥੇ ਅਸੀਂ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਕੇ ਕਿਸ ਤਰ੍ਹਾਂ ਆਪਣੇ ਜਿਹੜੇ ਨੈਚੁਰਲ ਰਿਸੋਰਸਿਸ ਹੈ ਉਹਨਾਂ ਦਾ ਬਚਾਅ ਕਰਨਾ, ਉਹਨਾਂ ਦੀ ਸੰਭਾਲ ਕਰਨੀ, ਉਹਦੇ ਬਾਰੇ ਦੱਸ ਰਹੇ ਹਾਂ। ਸੋ ਜਿੱਥੇ ਸਿੱਧੀ ਬਿਜਾਈ ਨਾਲ ਅਸੀਂ ਪਾਣੀ ਦੀ ਬਚਤ ਕਰਦੇ ਹਾਂ, ਉੱਥੇ ਅਸੀਂ ਲੇਬਰ ਦੀ ਬਚਤ ਵੀ ਕਰ ਲੈਂਦੇ ਹਾਂ। ਸੋ ਸਿੱਧੀ ਬਿਜਾਈ ਸੰਬੰਧੀ ਕੁਝ ਨੁਕਤੇ ਜਿਹੜੇ ਆ ਉਸ ਕਿਸਾਨਾਂ ਨਾਲ ਸਾਂਝੇ ਕਰ ਲੈਣਾ ਮੈਂ ਬਹੁਤ ਜ਼ਰੂਰੀ ਸਮਝਦਾ। ਇਹਦੇ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਧੀ ਬਿਜਾਈ ਨੂੰ ਬਿਲਕੁਲ ਕੋਈ ਸੁਖਾਲਾ ਕਰਕੇ ਨਹੀਂ ਜਾਣਨਾ ਚਾਹੀਦਾ। ਇਹ ਬਹੁਤ ਬਰੀਕੀ ਵਾਲੀ ਖੇਤੀ ਹੈ, ਬਹੁਤ ਬਰੀਕੀ ਨਾਲ ਸਾਨੂੰ ਇਹਦੇ ਵੱਲ ਧਿਆਨ ਦੇਣਾ ਪਏਗਾ, ਤਾਂ ਹੀ ਅਸੀਂ ਸਫਲ ਹੋ ਸਕਾਂਗੇ। ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੀ ਧਿਆਨ ਰੱਖਣ ਯੋਗ ਹੈ ਉਹ ਜ਼ਮੀਨ ਦੀ ਕਿਸਮ ਹੈ।
ਪਿਛਲੇ ਸਾਲਾਂ 'ਚ ਦੇਖਿਆ ਗਿਆ ਕਿ ਦੇਖਾ ਦੇਖੀ ਅਸੀਂ ਬਹੁਤ ਸਾਰੀਆਂ ਹਲਕੀਆਂ ਜਾਂ ਰੇਤਲੀਆਂ ਪੈਲੀਆਂ 'ਚ ਸਿੱਧੀ ਬਿਜਾਈ ਜਿਹੜੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿੱਥੇ ਕਿ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨਹੀਂ ਕੀਤਾ ਜਾਂਦਾ, ਅਜਿਹੀਆਂ ਜ਼ਮੀਨਾਂ ਦੇ ਵਿੱਚ ਨਮੀ ਨੂੰ ਬਣਾਈ ਰੱਖਣ ਦੀ ਸਮਰੱਥਾ ਨਹੀਂ ਹੁੰਦੀ, ਜਿਸ ਕਰਕੇ ਜਿਹੜੀ ਸਿੱਧੀ ਬਿਜਾਈ ਉਹ ਇਹਦੇ ਵਿੱਚ ਬਹੁਤ ਕਾਮਯਾਬ ਨਹੀਂ ਹੋ ਸਕਦੀ। ਸੋ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਹੀ ਸਾਨੂੰ ਸਿੱਧੀ ਬਿਜਾਈ ਲਈ ਜਾਣਾ ਚਾਹੀਦਾ ਹੈ। ਦੂਜੀ ਗੱਲ, ਖੇਤ ਦੇ ਵਿੱਚ ਖੇਤ ਦਾ ਪੱਧਰਾ ਹੋਣਾ ਉਹ ਬਹੁਤ ਜ਼ਰੂਰੀ ਹੈ। ਇਸ ਕਰਕੇ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਲੈਵਲ ਕਰਵਾ ਲੈਣਾ ਚਾਹੀਦਾ ਹੈ। ਤੀਜੀ ਗੱਲ ਇਹਦੇ ਵਿੱਚ ਹੈ ਕਿਸਮਾਂ ਦੀ ਚੋਣ। ਸਾਨੂੰ ਕੁਝ ਅਜਿਹੀਆਂ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ ਜਿਨ੍ਹਾਂ ਦਾ ਸ਼ੁਰੂ ਵਾਲਾ ਵਾਧਾ ਵਧੇਰੇ ਹੋਵੇ। ਲੰਬੇਰੀ ਉਮਰ ਦੀਆਂ ਕਿਸਮਾਂ ਜਿਵੇਂ ਕਿ ਪੂਸਾ 44 ਉਹ ਇਹਦੇ ਲਈ ਕੋਈ ਬਹੁਤ ਢੁਕਵੀਆਂ ਨਹੀਂ ਹਨ। ਸੋ PR 126 ਅਜਿਹੀਆਂ ਕਿਸਮਾਂ ਜਿਹੜੀਆਂ ਉਹ ਸਿੱਧੀ ਬਿਜਾਈ ਲਈ ਬਹੁਤ ਢੁਕਵੀਆਂ ਹਨ। ਬਾਕੀ ਸਿੱਧੀ ਬਿਜਾਈ ਜਿਹੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਉਹ ਵੱਤ ਦੇ ਵਿੱਚ ਬਿਜਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਪਹਿਲਾਂ ਖੇਤ ਨੂੰ ਰੌਣੀ ਕਰ ਲੈਣਾ ਚਾਹੀਦਾ ਹੈ ਤੇ ਫਿਰ ਇਹਦੀ ਬਿਜਾਈ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਬਿਜਾਈ ਕਰਨ ਲਈ ਅਸੀਂ ਕਈ ਤਰੀਕੇ ਅਪਣਾ ਸਕਦੇ ਹਾਂ, ਜਿਵੇਂ ਕਿ ਲੱਕੀ ਸੀਡ ਡਰਿਲ ਹੈ ਜਾਂ ਜਿਹੜੀਆਂ ਆਪਣੀਆਂ ਰਵਾਇਤੀ ਡਰਿਲਾਂ ਨੇ ਉਹਦੇ ਵਿੱਚ ਵੀ ਥੋੜ੍ਹੀ ਬਹੁਤੀ ਅਸੀਂ ਮੋਡੀਫਿਕੇਸ਼ਨ ਕਰਕੇ ਮੁੜ ਕੇ ਅਸੀਂ ਉਹਨੂੰ ਸਿੱਧੀ ਬਿਜਾਈ ਲਈ ਉਹ ਵਰਤ ਸਕਦੇ ਹਾਂ। ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਅਸੀਂ ਵੱਤ ਦੇ ਵਿੱਚ ਸਿੱਧੀ ਬਿਜਾਈ ਕੀਤੀ ਹੈ ਤਾਂ ਦੁਪਹਿਰੋਂ ਬਾਅਦ ਕਰੀਏ ਤੇ ਨਾਲ ਹੀ ਨਦੀਨਨਾਸ਼ਕ ਦਵਾਈ ਜਿਹੜਾ ਉਹਦਾ ਛਿੜਕਾਅ ਕਰ ਦਈਏ। ਸਟੌਂਪ ਨਦੀਨਨਾਸ਼ਕ ਜਿਹੜਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤਾ ਜਾਂਦਾ ਉਹਦੀ 1 ਲੀਟਰ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਲਾ ਕੇ ਬਿਜਾਈ ਤੋਂ ਤੁਰੰਤ ਬਾਅਦ ਜਦੋਂ ਅਸੀਂ ਵੱਟਾਂ ਪਾ ਲਈਆਂ ਤੇ ਨਾਲ ਹੀ ਜਿਹੜਾ ਇਸ ਨਦੀਨਨਾਸ਼ਕ ਦਾ ਜਿਹੜਾ ਉਹ ਛਿੜਕਾਅ ਕਰ ਦੇਣਾ ਚਾਹੀਦਾ ਹੈ। ਸਿੱਧੀ ਬਿਜਾਈ ਦੇ ਵਿੱਚ ਜਿਹੜੀ ਇੱਕ ਹੋਰ ਗੱਲ ਹੈ ਉਹ ਹੈ ਨਦੀਨਾਂ ਦੀ ਚੰਗੀ ਰੋਕਥਾਮ, ਕਿਉਂਕਿ ਨਦੀਨ ਜਿਹੜੇ ਨੇ ਉਹ ਕਾਫੀ ਸਮੱਸਿਆ ਪੈਦਾ ਕਰਦੇ ਨੇ ਸਿੱਧੀ ਬਿਜਾਈ ਦੇ ਵਿੱਚ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਸਭ ਤੋਂ ਪਹਿਲਾਂ ਬਿਜਾਈ ਤੋਂ ਤੁਰੰਤ ਬਾਅਦ ਪੈਂਡੀਮੈਥਾਲਿਨ ਜਿਹਦੇ ਲਈ ਸਟੌਂਪ ਨਾਂ ਦੀ ਜਿਹੜੀ ਦਵਾਈ ਸਿਫਾਰਿਸ਼ ਕੀਤੀ ਗਈ ਹੈ ਉਹਦਾ ਛਿੜਕਾਅ, ਤੇ ਫਿਰ ਇਸ ਤੋਂ ਬਾਅਦ ਦੇਖਣਾ ਚਾਹੀਦਾ ਸਾਨੂੰ ਕਿ ਕਿਸ ਤਰ੍ਹਾਂ ਦੇ ਨਦੀਨ ਖੇਤ ਦੇ ਵਿੱਚ ਪੈਦਾ ਹੋ ਰਹੇ ਨੇ। ਜੇ ਰਵਾਇਤੀ ਨਦੀਨ ਨੇ ਝੋਨੇ ਵਾਲੇ ਭਾਵ ਸਵਾਂਕ, ਸਵਾਂਕੀ ਜਾਂ ਮੋਥਾ, ਤਾਂ ਅਸੀਂ ਨੋਮਨੀ ਗੋਲਡ ਨਾਂ ਦਾ ਜਿਹੜਾ ਨਦੀਨਨਾਸ਼ਕ 100 ਮਿਲੀਲੀਟਰ ਪ੍ਰਤੀ ਏਕੜ ਛਿੜਕਾਅ ਕਰਕੇ ਉਹਨਾਂ ਦੀ ਰੋਕਥਾਮ ਕਰ ਸਕਦੇ ਹਾਂ। ਜੇ ਇਸ ਤੋਂ ਇਲਾਵਾ ਸਾਡੇ ਕੋਲੇ ਕੁਝ ਗੈਰ ਰਵਾਇਤੀ ਨਦੀਨ ਨੇ ਭਾਵ ਜਿਸ ਤਰ੍ਹਾਂ ਕਿ ਮੱਕੜਾ, ਮਧਾਣਾ ਆਦਿ, ਚਿੜੀਕਾ, ਅਜਿਹੇ ਨਦੀਨਾਂ ਦੀ ਰੋਕਥਾਮ ਲਈ ਫਿਰ ਸਾਨੂੰ ਰਾਈਸ ਸਟਾਰ 400 ਮਿਲੀਲੀਟਰ ਪ੍ਰਤੀ ਏਕੜ ਜਿਹੜਾ ਉਹਦਾ ਛਿੜਕਾਅ ਕਰਨਾ ਚਾਹੀਦਾ ਹੈ। ਜੇ ਸਾਡੇ ਕੋਲੇ ਕੋਈ ਚੌੜੇ ਪੱਤੇ ਵਾਲੇ ਨਦੀਨ ਨੇ ਤਾਂ ਉਹਨਾਂ ਵਾਸਤੇ ਅਸੀਂ ਸੈਗਮੈਂਟ ਜਾਂ ਐਲਗ੍ਰਿਪ ਉਹ ਵਰਤ ਸਕਦੇ ਹਾਂ। ਜੇ ਸਾਡੇ ਕੋਲੇ ਚੌੜੇ ਪੱਤੇ ਵਾਲੇ ਉਹਨਾਂ ਦੇ ਨਾਲ ਕੁਛ ਬੂਈ ਆਦਿ ਅਜਿਹੇ ਨਦੀਨ ਨੇ ਤਾਂ ਫਿਰ ਅਸੀਂ ਐਲਮਿਕਸ ਨਾਂ ਦਾ ਜਿਹੜਾ ਨਦੀਨਨਾਸ਼ਕ 8 ਗ੍ਰਾਮ ਪ੍ਰਤੀ ਏਕੜ ਉਹਦਾ ਛਿੜਕਾਅ ਕਰਕੇ ਨਦੀਨਾਂ ਦੀ ਰੋਕਥਾਮ ਕਰ ਲੈਣੀ ਚਾਹੀਦੀ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਨਦੀਨਾਂ ਦੀ ਭਰਪੂਰ ਪਛਾਣ ਕਰ ਲਈਏ। ਅਜਿਹਾ ਕਰਨ ਲਈ ਅਸੀਂ ਕਿਸੇ ਵੀ ਖੇਤੀਬਾੜ ਮਾਹਰ ਦੀ ਮਦਦ ਵੀ ਲੈ ਸਕਦੇ ਹਾਂ, ਫੋਨ ਤੇ ਫੋਟੋਆਂ ਭੇਜ ਸਕਦੇ ਹਾਂ, ਪਛਾਣ ਕਰਵਾ ਕੇ ਤਾਂ ਫਿਰ ਹੀ ਸਹੀ ਨਦੀਨਨਾਸ਼ਕ ਦੀ ਚੋਣ ਕਰੀਏ ਤਾਂ ਕਿ ਜਿਹੜਾ ਸਿੱਧੀ ਬਿਜਾਈ ਹੈ ਇਹਨੂੰ ਕਾਮਯਾਬ ਕੀਤਾ ਜਾ ਸਕੇ। ਬਹੁਤ ਬਹੁਤ ਧੰਨਵਾਦ ਜੀ।